ਅੱਜ ਨਾਭਾ ਰਿਆਸਤ ਦੇ ਵਿੱਚ ਹੀਰਾ ਮਹਿਲ ਦੀ ਬਹੁਤ ਵੱਡੀ ਮਹੱਤਤਾ ਜੀ। ਹੀਰਾ ਮਹਿਲ ਦੇ ਵਿੱਚ ਮਹਾਰਾਜਾ ਪ੍ਰਤਾਪ ਸਿੰਘ ਟਰਸਟ ਵੱਲੋਂ ਔਰ ਸਾਡੇ ਇੱਥੋਂ ਦੇ ਹੁਣ ਮੌਜੂਦਾ ਮਹਾਰਾਣੀ ਪ੍ਰੀਤੀ ਸਿੰਘ ਜੀ ਵੱਲੋਂ ਬਹੁਤ ਵੱਡਾ ਇੱਕ ਪ੍ਰੋਗਰਾਮ ਜਿਹੜਾ ਜੀ ਵੂਮਨ ਇੰਪਾਵਰਮੈਂਟ ਦੇ ਉੱਪਰ ਕਰਵਾਇਆ ਜਾ ਰਿਹਾ, ਜਿਹਦੇ ਵਿੱਚ ਬੱਚੀਆਂ ਤਕਰੀਬਨ 300-350 ਬੱਚੀਆਂ ਜਿਹੜੀਆਂ ਨੇ ਪਾਰਟਿਸਿਪੇਟ ਕਰ ਰਹੀਆਂ ਨੇ ਔਰ ਦੱਸਿਆ ਜਾ ਰਿਹਾ ਉਹਨਾਂ ਨੂੰ ਕਿ ਬੱਚੀਆਂ ਐਜੂਕੇਸ਼ਨ ਦੇ ਵਿੱਚ ਕਿਵੇਂ ਲਿਆਕਤ ਪਾ ਕੇ ਜਿਹੜਾ ਸਵੈ ਰੋਜ਼ਗਾਰ ਇੱਕ ਸਿਸਟਮ ਹੈ ਆਪਣੇ ਪੈਰਾਂ 'ਤੇ ਖੜੇ ਹੋਣ ਵਾਲਾ, ਉਹਦੇ ਵਿੱਚ ਕਿਵੇਂ ਕਾਮਯਾਬ ਹੋ ਸਕਦੀਆਂ ਨੇ। ਔਰ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹ ਬਹੁਤ ਵੱਡੀ ਤਾਕਤ ਨੇ ਔਰ ਅਸੀਂ ਅਗਰ ਇਸ ਤਾਕਤ ਨੂੰ ਪ੍ਰੋਪਰ ਤਰੀਕੇ ਨਾਲ ਅਗਰ ਅੱਛੀ ਦਿਸ਼ਾ ਵੱਲ ਲੈ ਕੇ ਜਾਈਏ ਤਾਂ ਇਹ ਸਾਡੀਆਂ ਬੱਚੀਆਂ ਸਾਡੇ ਆਉਣ ਵਾਲੇ ਪੰਜਾਬ ਦਾ ਭਵਿੱਖ ਨੇ ਔਰ ਦੇਸ਼ ਦਾ ਭਵਿੱਖ ਨੇ। ਸੋ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਜੀ ਇਹ ਨਾਭਾ ਸ਼ਹਿਰ ਦੇ ਵਿੱਚ ਹੀਰਾ ਮਹਿਲ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਔਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਇਸ ਇਲਾਕੇ ਦੇ ਜਿਹੜੀਆਂ ਸਾਡੀਆਂ ਭੈਣਾਂ ਜਿਨ੍ਹਾਂ ਨੇ ਨਾਂ ਕਮਾਇਆ ਅਲੱਗ-ਅਲੱਗ ਖੇਤਰਾਂ ਦੇ ਵਿੱਚ, ਉਹ ਵੀ ਇੱਥੇ ਆ ਕੇ ਉਹਨਾਂ ਨੇ ਲੈਕਚਰ ਦਿੱਤੇ ਨੇ, ਇੱਥੇ ਡੈਮੋ ਉਹਨਾਂ ਨੇ ਕਰਕੇ ਦਿਖਾਏ ਨੇ ਕਿ ਕਿਵੇਂ ਤੁਸੀਂ ਜਿਹੜਾ ਵਾਤਾਵਰਨ ਨੂੰ ਠੀਕ ਕਰ ਸਕਦੇ ਹੋ, ਕਿਵੇਂ ਤੁਸੀਂ ਨੌਕਰੀਆਂ ਦੇ ਵਿੱਚ ਆਪਣੇ ਇੱਕ ਛੋਟਾ ਜਿਹੜਾ ਕੰਮ ਹੈ ਜਿਹਨੂੰ ਆਪਾਂ ਇਗਨੋਰ ਕਰਦੇ ਹਾਂ ਉਹਨੂੰ ਅਡੋਪਟ ਕਰਕੇ ਆਪਾਂ ਕਿਵੇਂ ਉਸ ਕੰਮ ਦੇ ਵਿੱਚ ਆਪਾਂ ਆਪਣੇ ਪੈਰਾਂ 'ਤੇ ਖੜੇ ਹੋ ਸਕਦੇ ਹਾਂ। ਸੋ ਅਲੱਗ-ਅਲੱਗ ਕਿਸਮ ਦੇ ਜਿਹੜੇ ਨੇ ਸਕਿੱਲ ਦੇ ਵਿੱਚ ਪ੍ਰੋਗਰਾਮ ਜਿਹੜੇ ਰੱਖੇ ਗਏ ਆ ਔਰ ਮੈਂ ਵਧਾਈ ਦੇਣੀ ਚਾਹੁੰਦਾ ਮਹਾਰਾਣੀ ਪ੍ਰੀਤੀ ਸਿੰਘ ਜੀ ਨੂੰ। ਇਹਨਾਂ ਨੇ ਬਹੁਤ ਵੱਡਾ ਉਪਰਾਲਾ ਮਹਾਰਾਜਾ ਪ੍ਰਤਾਪ ਸਿੰਘ ਟਰਸਟ ਵੱਲੋਂ ਇਹ ਪ੍ਰੋਗਰਾਮ ਜਿਹੜਾ ਕਰਵਾਇਆ ਗਿਆ, ਇਹ ਵਧਾਈ ਦੇ ਪਾਤਰ ਨੇ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਇੱਥੇ ਪਹੁੰਚਿਆ, ਬੜਾ ਅੱਛਾ ਲੱਗਿਆ। ਜਿਹੜੀਆਂ ਮੈਂ ਤਾਂ ਇਹ ਕਹੂੰਗਾ ਕਿ ਸਟਾਰਸ ਆਫ ਨਾਭਾ, ਇਹ ਨਾਭਾ ਦੀਆਂ ਸਾਡੀਆਂ ਉੱਪਰ ਦੀਆਂ ਬੱਚੀਆਂ ਜਿਹੜੀਆਂ ਨੇ ਸਿਤਾਰੇ ਨੇ ਆਉਣ ਵਾਲੇ ਸਮੇਂ ਦੇ। ਔਰ ਇਹ ਜਦੋਂ ਅੱਛੇ ਤਰੀਕੇ ਨਾਲ ਐਜੂਕੇਸ਼ਨ ਲੈ ਕੇ ਅੱਛੀ ਇੱਕ ਇਨਸਾਨੀ ਦੇ ਤੌਰ 'ਤੇ ਇੱਕ ਅੱਛੇ ਮਨੋਬਲ ਦੇ ਤੌਰ 'ਤੇ ਅੱਗੇ ਵਧਣਗੀਆਂ ਤਾਂ ਮੈਨੂੰ ਉਮੀਦ ਹੈ ਕਿ ਇਹ ਆਪਣੇ ਪੰਜਾਬ ਅਤੇ ਦੇਸ਼ ਦਾ ਨਾਂ ਜਿਹੜਾ ਰੌਸ਼ਨ ਕਰਨਗੇ। ਸਰਕਾਰ ਵੱਲੋਂ ਕੀ ਉਪਰਾਲੇ ਕੀਤੇ ਰਹੇ? ਲਗਾਤਾਰ ਲੜਕੀਆਂ ਹੁਣ ਚਾਹੇ ਲੜਕੇ ਲਗਾਤਾਰ ਫੋਰਨ ਜਾ ਰਹੇ ਨੇ ਲੱਖਾਂ ਰੁਪਏ ਖਰਚ ਕਰਕੇ। ਬਿਲਕੁਲ ਜੀ, ਮੈਂ ਵੀ ਕੈਨੇਡਾ ਦੀ ਧਰਤੀ 'ਤੇ 13-14 ਸਾਲ ਰਿਹਾ, ਮੇਰੇ ਕੋਲ PR ਆ, ਮੈਂ ਲੰਮਾ ਸਮਾਂ ਉੱਥੇ ਦੇਖਿਆ ਸਾਰਾ ਸਿਸਟਮ। ਔਰ ਹੁਣ ਵੀ ਜਿਹੜੀਆਂ ਸਾਡੀਆਂ ਯੰਗ ਬੱਚੀਆਂ ਨੇ ਜਾਂ ਬੱਚੇ ਨੇ ਬਾਹਰ ਵੱਲ ਆਉਣ ਦਾ ਬੜਾ ਧਿਆਨ ਹੈ ਜੀ। ਬਾਹਰ ਨੋਟ ਈਜ਼ੀ ਜੋਬ, ਬਹੁਤ ਔਖਾ ਹੈ ਜੀ ਬਾਹਰ ਕੈਨੇਡਾ ਦੇ ਵਿੱਚ। ਇੱਥੋਂ ਹੀ ਲੱਗਦਾ ਦੂਰ ਦੇ ਢੋਲ ਸੁਹਾਵਣੇ ਲੱਗਦੇ ਆ, ਪਰ ਕੈਨੇਡਾ 'ਚ ਜਾ ਕੇ ਜਦੋਂ ਤੁਹਾਨੂੰ ਕੰਮ ਦੇ ਨਾਲ ਜੁੜਨਾ ਪੈਂਦਾ ਨਾ ਔਰ ਬਿਨਾਂ ਨਾਗੇ ਤੋਂ ਤੁਸੀਂ ਕੰਮ ਕਰਕੇ ਵੀ ਆਪਣਾ ਗੁਜ਼ਾਰਾ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਆਪਣੇ ਵਤਨ ਦੀ ਯਾਦ ਆਉਂਦੀ ਹੈ। ਤਾਂ ਮੈਂ ਤਾਂ ਇਹ ਕਹਿੰਦਾ ਕਿ ਤੁਸੀਂ ਜਿਸ ਮਿੱਟੀ 'ਚ ਪੈਦਾ ਹੋਏ ਹੋ ਉਸ ਮਿੱਟੀ ਲਈ ਤੁਸੀਂ ਕਮਿਟਡ ਰਹੋ ਔਰ ਇੱਥੇ ਭਾਵੇਂ ਤੁਸੀਂ ਥੋੜ੍ਹਾ ਕਰੋ ਪਰ ਆਪਣਾ ਕਰੋ। ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਆਪਾਂ ਸੋਚਦੇ ਹਾਂ ਵੀ ਪੈਸਾ ਬਹੁਤ ਬਣੇਗਾ ਜਾਂ ਅਸੀਂ ਉੱਥੇ ਇੱਕ ਪੀਸਫੁਲ ਲਾਈਫ ਜੀਵਾਂਗੇ। ਨੋ ਡਾਊਟ ਕਿ ਉੱਥੇ ਇੱਕ ਸਿਸਟਮ ਹੈ, ਪਰ ਉਹ ਸਿਸਟਮ ਉਹਨਾਂ ਲਈ ਹੈ ਜਿਹੜੇ ਮਿਹਨਤ ਕਰਦੇ ਨੇ। ਜਿਹੜੇ ਮਿਹਨਤ ਕਰਨ ਨਹੀਂ ਜਾਣਦੇ ਉਹਨਾਂ ਲਈ ਕੋਈ ਸਿਸਟਮ ਨਹੀਂ ਹੈ, ਉਹਨਾਂ ਲਈ ਸਿਸਟਮ ਨਾ ਹੋ ਰਿਹਾ ਨਾ ਉੱਥੇ ਹੈ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਬੱਚੀਆਂ ਨੂੰ, ਖਾਸ ਕਰਕੇ ਧੀਆਂ ਨੂੰ, ਕਿਉਂਕਿ ਧੀਆਂ ਸਾਡੀਆਂ ਜਿਹੜੀਆਂ ਨੇ ਉਹਨਾਂ ਦਾ ਵੀ ਬਹੁਤ ਵੱਡਾ ਰੁਝਾਨ ਹੈ ਜੀ ਕਿ ਬਾਹਰਲੇ ਪਾਸੇ ਵੱਲ ਜਾ ਰਹੀਆਂ ਨੇ, ਬਾਹਰਲੇ ਮੁਲਕਾਂ ਵਾਲੇ ਪਾਸੇ। ਅਤੇ ਆਪਣੀ ਇੱਥੇ ਐਜੂਕੇਸ਼ਨ ਦੇ ਨਾਲ ਜੁੜ ਕੇ, ਆਪਣੀ ਕੰਮ ਦੇ ਨਾਲ ਜੁੜ ਕੇ ਔਰ ਆਪਣੀ ਲਿਆਕਤ ਦੇ ਮੁਤਾਬਕ ਇੱਥੇ ਸਾਡੀ ਸਰਕਾਰ ਵੱਲੋਂ, ਸਾਡੀ ਸਰਕਾਰ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਹੁਤ ਵੱਡਾ ਉਪਰਾਲਾ ਕਰ ਰਹੇ ਹੈ, ਬਹੁਤ ਵੱਡਾ ਉਪਰਾਲਾ ਕਰ ਰਿਹਾ। ਸਰਕਾਰੀ ਜੋਬਾਂ ਲਗਾਤਾਰ ਹਰੇਕ ਡਿਪਾਰਟਮੈਂਟ ਦੇ ਵਿੱਚ ਕੱਢੀਆਂ ਜਾ ਰਹੀਆਂ ਨੇ। ਤੁਸੀਂ ਜੋਬਾਂ ਲਈ ਅਪਲਾਈ ਕਰੋ ਔਰ ਉਸ ਤੋਂ ਇਲਾਵਾ ਜਿਹੜੇ ਆਪਣੇ ਸਕਿੱਲ ਕੈਟਾਗਰੀ ਦੇ ਵਿੱਚ ਆਉਂਦੇ ਨੇ, ਜਿਹੜੇ ਸਵੈ ਰੋਜ਼ਗਾਰ ਯੋਜਨਾ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਆ, ਸਰਕਾਰ ਉਹਨਾਂ ਲਈ ਬਹੁਤ ਵੱਡਾ ਇੱਕ ਜਿਹੜਾ ਜੀ ਉਹਨਾਂ ਨੂੰ ਬੈਨੀਫਿਟ ਵੀ ਦੇ ਰਹੀ ਹੈ, ਉਹਨਾਂ ਲਈ ਲੋਨ ਵਗੈਰਾ ਵੀ ਸੁਵਿਧਾ ਜਿਹੜੀ ਰੱਖੀ ਗਈ ਹੈ। ਸੋ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਡਾਕਟਰ ਗੁਰਪ੍ਰੀਤ ਕੌਰ ਜੀ ਜਿਹੜੇ ਕਿ ਚੀਫ ਮਿਨਿਸਟਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਾਈਫ ਨੇ, ਉਹਨਾਂ ਨੇ ਇੱਥੇ ਆਉਣਾ ਸੀ ਪਰ ਦਿੱਲੀ ਅਚਾਨਕ ਮੀਟਿੰਗ ਕਰਕੇ ਉਹਨਾਂ ਨੂੰ ਇੱਥੇ ਆਉਣ ਦੇ ਵਿੱਚ ਥੋੜ੍ਹਾ ਜਿਹਾ ਦਿੱਕਤ ਆਈ, ਇਸ ਕਰਕੇ ਇੱਥੇ ਨਹੀਂ ਪਹੁੰਚ ਪਾ ਰਹੇ। ਪਰ ਉਹਨਾਂ ਨੇ ਕਿਹਾ ਕਿ ਮੈਂ ਬਹੁਤ ਜਲਦੀ ਨਾਭਾ ਦੇ ਵਿੱਚ ਵਿਜ਼ਿਟ ਕਰਾਂਗੀ ਔਰ ਮੈਂ ਵੀ ਚਾਹੁੰਦੀ ਹਾਂ ਕਿ ਜਿਹੜੀ ਵੂਮਨ ਇੰਪਾਵਰਮੈਂਟ ਹੈ ਉਹਨੂੰ ਪ੍ਰੋਤਸਾਹਿਤ ਕੀਤਾ ਜਾਵੇ ਔਰ ਸਾਡੀਆਂ ਬੱਚੀਆਂ ਨੂੰ ਅਸੀਂ ਨਾਲ ਲੈ ਕੇ ਚੱਲੀਏ। ਔਰ ਜਿਹੜੀਆਂ ਧੀਆਂ ਨੇ ਸਾਡੀਆਂ ਇਹ ਬਰਾਬਰ ਦੀਆਂ ਹੱਕਦਾਰ ਨੇ। ਧੀਆਂ ਸਾਡੀਆਂ ਜਿਹੜੀਆਂ ਨੇ ਇਹ ਸਾਡੇ ਘਰ ਦੀਆਂ ਜਿਹੜੀਆਂ ਨੇ ਇਹ ਰੋਸ਼ਨੀ ਨੇ। ਇਹਨਾਂ ਨੂੰ ਨਾਲ ਲੈ ਕੇ ਅਸੀਂ ਪੰਜਾਬ ਨੂੰ ਅੱਗੇ ਵਧਾਉਣਾ, ਇਹ ਸਾਡੀ ਸਰਕਾਰ ਦਾ ਵੀ ਮਕਸਦ ਹੈ। ਪੰਜਾਬ ਦੇ 700 ਦੇ ਕਰੀਬ ਜਿਹੜੇ ਸਾਬਕਾ ਸਰਪੰਚ ਨੇ ਉਹਨਾਂ ਨੇ 30 ਕਰੋੜ ਦਾ ਘਪਲਾ ਕੀਤਾ। 2016 ਤੋਂ ਲੈ ਕੇ 2019 ਦੇ ਆਡਿਟ ਦੇ ਵਿੱਚ ਇਹ ਆਇਆ। ਸਰਕਾਰ ਨੇ 16 ਫਰਵਰੀ ਤੱਕ ਰਿਪੋਰਟ ਮੰਗੀ ਹੈ। ਤੁਸੀਂ ਕਿਸ ਤਰ੍ਹਾਂ ਜੱਜ ਕਰਦੇ ਹੋ ਜਿਨ੍ਹਾਂ ਨੇ ਘਪਲੇ ਕੀਤੇ ਨੇ ਸਰਪੰਚਾਂ ਨੇ? ਦੇਖੋ, ਇੱਕ ਗੱਲ ਸਪਸ਼ਟ ਔਰ ਸਾਫ਼ ਹੈ ਜੀ, ਚਾਹੇ ਉਹ ਸਰਪੰਚ ਹੈ ਕੋਈ, ਚਾਹੇ ਕੋਈ ਆਫਿਸਰ ਸਾਹਿਬਾਨ ਹੈ, ਕੋਈ ਵੀ ਜਿਹੜਾ ਵੀ ਸਾਡੇ ਟੈਕਸ ਦਾ ਪੈਸਾ ਚੋਰੀ ਕਰਦਾ ਹੈ ਜੀ ਉਹ ਸਭ ਤੋਂ ਵੱਡਾ ਦੁਸ਼ਮਣ ਹੈ ਸਮਾਜ ਦਾ।
ਜਿੰਨੇ ਵੀ ਇਹ ਕੰਮ ਕੀਤਾ ਜੀ, ਮੈਂ ਕੋਈ ਪੈਸੀਫਿਕ ਕਿਸੇ ਬੰਦਾ ਨਾਂ ਨਹੀਂ ਲੈ ਰਿਹਾ, ਜਿੰਨੇ ਵੀ ਕੋਈ ਕੰਮ ਕੀਤਾ ਤਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਔਰ ਸਮਾਜ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਕਿ ਇਹੋ ਜਿਹੇ ਮਿਸਗਾਈਡ ਕਰਨ ਵਾਲੇ ਲੋਕ ਜਿਹੜੇ ਕੁਛ ਤਾਕਤਵਰ ਸੀਟਾਂ ਦੇ ਉੱਪਰ ਬਹਿ ਕੇ ਜਾਂ ਆਪਣੀ ਇਲੈਕਸ਼ਨਾਂ ਦੇ ਵਿੱਚ ਇਨਵੋਲਵ ਕਰਕੇ ਦੂਜਿਆਂ ਨੂੰ, ਗਰੀਬ ਲੋਕਾਂ ਨੂੰ, ਉਹ ਆਪਣੀ ਇਸ ਪਾਵਰ ਦਾ ਗਲਤ ਇਸਤੇਮਾਲ ਕਰਦੇ ਆ, ਉਹਨਾਂ ਤੋਂ ਪਰਹੇਜ਼ ਕਰਨ। ਇਹੋ ਜਿਹੇ ਲੋਕਾਂ ਦੇ ਜਿਹੜੇ ਸਿਰਫ ਆਪਣੀਆਂ ਕੋਠੀਆਂ ਵੱਡੀਆਂ ਕਰਨ ਦੇ ਚੱਕਰ 'ਚ, ਆਪਣੀ ਵੱਧ ਬੈਂਕਾਂ 'ਚ ਪੈਸੇ ਜਮ੍ਹਾਂ ਕਰਨ ਦੇ ਚੱਕਰ ਦੇ ਵਿੱਚ ਦੂਜਿਆਂ ਦਾ ਮਿਸਯੂਜ਼ ਕਰਦੇ ਆ, ਜਾਂ ਦੂਜਿਆਂ ਦੀਆਂ ਵੋਟਾਂ ਦੇ ਨਾਲ ਜਿੱਤ ਕੇ ਫਿਰ ਬਾਅਦ ਦੇ ਵਿੱਚ ਇਹੋ ਜਿਹੇ ਜਿਵੇਂ ਸਰਪੰਚਾਂ ਦੀ ਗੱਲ ਕੀਤੀ ਹੈ, ਇਹ ਸਰਪੰਚ ਥੋੜ੍ਹਾ ਨੇ ਜੀ, ਇਹ ਸਰਪੰਚ ਨਹੀਂ ਤਾਂ ਕਲੰਕ ਨੇ ਜੀ, ਜਿਨ੍ਹਾਂ ਨੇ ਸਮਾਜ ਦੇ ਵਿੱਚ ਰਹਿ ਕੇ ਸਾਡੀ ਡਿਵੈਲਪਮੈਂਟ ਦਾ ਪੈਸਾ, ਜਿਹਦੇ ਗਰੀਬ ਦਾ ਕੱਚਾ ਘਰ ਬਣਨਾ ਸੀ ਉਹਦਾ ਕੱਚਾ ਘਰ ਨਹੀਂ ਬਣਿਆ, ਜਿਹੜੀ ਕੱਚੀ ਸੜਕ ਪੱਕੀ ਬਣਨੀ ਸੀ ਉਹ ਨਹੀਂ ਬਣੀ, ਜਿਹਨੂੰ ਕੋਈ ਕਣਕ ਮਿਲਣੀ ਸੀ ਨਹੀਂ ਮਿਲੀ, ਉਹਨਾਂ ਦੇ ਹੱਕ ਖਾਧੇ ਨੇ, ਤਾਂ ਉਹਨਾਂ ਦੇ ਵਿੱਚ ਘਪਲਾ ਕੀਤਾ ਜੀ। ਇਹੋ ਜਿਹੇ ਅਨਸਰ ਜਿਹੜੇ ਨੇ ਇਹ ਕੋਈ ਬਹੁਤ ਸਿਆਣੇ ਨਹੀਂ ਜੀ। ਇਹੋ ਜਿਹੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਔਰ ਸਰਕਾਰ, ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਸਖਤ ਨੇ ਜੀ, ਤੇ ਉਹ ਜ਼ਰੂਰ ਇਹ ਕਾਰਵਾਈ ਜਲਦੀ ਕਰਨਗੇ। ਚੰਡੀਗੜ੍ਹ ਜਿਹੜਾ ਇਨਸੀਡੈਂਟ ਹੋਇਆ, ਕੀ ਕਹਿਣਾ ਚਾਹੁੰਦੇ ਹੋ? ਪੁਲਿਸ ਨੇ ਜਿਹੜਾ ਹੈਗਾ ਖਾਲਿਸਤਾਨੀ ਉਹਨਾਂ ਨੂੰ ਲਾਣੇ ਹੈਗਾ, ਤੇ ਪੁਲਿਸ ਦੇ ਹਥਿਆਰ ਵੀ ਲੈ ਗਏ ਜਿਹੜੇ ਸਿੱਖ ਸੰਗਤ ਸੀ। ਦੇਖੋ, ਚੰਡੀਗੜ੍ਹ ਦੇ ਵਿੱਚ ਜੋ ਵੀ ਗੱਲਬਾਤ ਚੱਲ ਰਹੀ ਹੈ, ਕਿਵੇਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਾਰਾ, ਕਿਉਂਕਿ ਮੈਂ ਤਾਂ ਸ਼ੁਰੂ ਤੋਂ ਇਸ ਗੱਲ ਦੇ ਹੱਕ 'ਚ ਹਾਂ ਕਿ ਜਿਹੜਾ ਕਾਨੂੰਨ ਦੇ ਮੁਤਾਬਕ ਜਿਨ੍ਹਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਬਿਲਕੁਲ ਹੋਣੀ ਚਾਹੀਦੀ ਹੈ ਜੀ, ਜਿਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਹੈ ਉਹਨਾਂ ਨੂੰ ਬਿਲਕੁਲ ਰਿਹਾਈ ਹੋਣੀ ਚਾਹੀਦੀ ਹੈ। ਪਰ ਮੈਂ ਨਾਲ ਦੀ ਨਾਲ ਇਹ ਵੀ ਬੇਨਤੀ ਕਰਦਾ ਕਿ ਕਾਨੂੰਨੀ ਤੌਰ 'ਤੇ ਜਿਹੜੀ ਕੋਈ ਅੜਚਨ ਹੈਗੀ ਆ, ਉਹ ਜ਼ਰੂਰ ਉਹਨੂੰ ਪਹਿਲ ਦੇ ਆਧਾਰ 'ਤੇ ਨਾਲ ਉਹਦੇ 'ਤੇ ਸੋਚ ਵਿਚਾਰ ਕਰਕੇ ਤੇ ਉਹਦੇ 'ਤੇ ਕਾਰਵਾਈ ਅੱਗੇ ਹੋਣੀ ਚਾਹੀਦੀ ਹੈ। ਦੇਖੋ, ਡੈਮੋਕ੍ਰੇਸੀ ਹੈ, ਹਰ ਇੱਕ ਦਾ ਰਾਈਟ ਹੈ ਕਿ ਆਪਣੇ ਹੱਕ ਲਈ ਲੜਨਾ, ਔਰ ਸਰਕਾਰ ਦਾ ਸਿਸਟਮ ਜਿਹੜਾ ਜੀ, ਸਰਕਾਰ ਨੇ ਸਿਸਟਮ ਵੀ ਅੱਗੇ ਚਲਾਉਣਾ, ਔਰ ਸਰਕਾਰ ਵੀ ਵਚਨਬੱਧ ਹੁੰਦੀ ਹੈ ਕਿ ਲਾਅ ਐਂਡ ਆਰਡਰ ਨੂੰ ਕੰਟਰੋਲ ਦੇ ਵਿੱਚ ਰੱਖਿਆ ਜਾਵੇ। ਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਸਾਡੇ ਸਾਰੇ ਭਰਾ ਨੇ ਜੀ, ਅਸੀਂ, ਕਿਉਂਕਿ ਇਹ ਬੰਦੀ ਸਿੰਘ ਕੋਈ ਹੁਣ ਪਿਛਲੇ 1 ਸਾਲ ਤੋਂ ਤਾਂ ਜੇਲ੍ਹਾਂ 'ਚ ਬੰਦ ਨੇ ਜੀ, ਇਹ ਤਾਂ ਪਿਛਲੇ 25-30 ਸਾਲਾਂ ਤੋਂ ਬੰਦ ਨੇ, ਔਰ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕਰਕੇ ਇਹ ਇੱਥੋਂ ਤੱਕ ਇਹ ਸਾਰੀ ਗੱਲਬਾਤ ਪਹੁੰਚੀ ਹੈ। ਪਿਛਲੀਆਂ ਸਰਕਾਰਾਂ ਵੀ ਇਸ ਚੀਜ਼ ਲਈ ਜ਼ਿੰਮੇਵਾਰ ਨੇ, ਚਾਹੇ ਉਹ ਅਕਾਲੀ ਰਹੇ ਨੇ, ਚਾਹੇ ਕਾਂਗਰਸ ਰਹੀ ਹੈ, ਚਾਹੇ ਬੀਜੇਪੀ ਰਹੀ ਹੈ। ਪਰ ਸਾਡੀ ਹੁਣ ਜਿਹੜੀ ਸਰਕਾਰ ਹੈ ਬੜੀ संजीदा है और उम्मीद करते हैं कि जल्दी सब लोग इंसाफ मिलेगा। ये प्रोग्राम हम महाराजा प्रताप सिंह ट्रस्ट के अंडर कर रहे हैं। जैसे कि आप जानते हैं, हमारे पूर्वज महाराजा प्रताप सिंह जी, महाराज वीरा सिंह जी या महाराज रिपुदमन सिंह जी, सब लोगों ने सोसाइटी के अपलिफ्टमेंट के लिए बहुत काम किया है। अब जैसे कि पहले का टाइम तो रहा नहीं राजा महाराजाओं का, बट अभी भी हम लोग जो अपने लिटिल एफर्ट या कुछ करके किसी की लाइफ बना सकें, सोसाइटी के लिए कुछ वो कर सकें, तो उसकी पूरी कोशिश कर रहे हैं। तो आज के प्रोग्राम में मैंने स्पेशली उन लड़कियों को सम्मान देने बुलाया है जिस लड़कियों ने नेशनल लेवल, स्टेट लेवल पे बहुत अच्छा परफॉर्मेंस किया और अपने पेरेंट्स को, अपने शहर को और हम सबको प्राउड फील कराया। और फिर उन्हीं बच्चों के लिए छोटे छोटे मैंने वर्कशॉप्स रखे हैं जिससे उन्हें हम सिखा सकें कि वो घर में रह के कैसे बिज़नेस कर सकती हैं, या छोटे लोन्स कैसे ले सकते हैं गवर्नमेंट से और घर में अपना बिज़नेस चालू कर सकें। और ग्रीनरी के ऊपर हम बात करी है, जिनने उनको अवेयर किया है कि कितना ज़रूरी है ये सब चीज़ें करना। और इन सब चीज़ में हेल्प करने के लिए मुझे मिसेस संधू ने मुझे हेल्प करी है, और इसके आगे डिटेल आपको ये बताएंगे फिर इसके बारे में। मैं नीलिंदरजीत कौर संधू, डायरैक्टर प्रिंसीपल दी एसटी विद्या स्कूल अंबाला कैंट तो आई हाँ। मैं उरे ग्रीन सुनेहा लेके आई हाँ, और इस पैलेस नू एक ग्रीन पैलेस बनाउण जा रहे हैं, एंड प्रोबेबली फर्स्ट इन द कंट्री होगा जिहड़ा कि इनू इस पैलेस नू टोटली ग्रीन इनिशिएटिव्स दे अंडर असी लै रहे हैं। और अज असी बच्चियां नू जिहड़ी विमेन एम्पावरमेंट की गल कर रहे हैं, उहदे च असी बच्चियां नू ये सुनेहा दिता है कि तुसी अपने पैरों ते आप किवें खड़े होना है, और ग्रीन इनिशिएटिव्स नू अडॉप्ट करके किवें बच्चियां यंग एंटरप्रेन्योर्स बन सकदियां ने, और अपनी वो वेट नहीं करनगियां कि सरकार नौकरी देगी। बच्चियां अपने अंदर स्किल डेवलपमेंट करके आप नौकरियां जनरेट करनगियां और सरकार दा एक साथ निभाउणगियां। सो साडा ये इनिशिएटिव है, और इस उपराले नूं लैके असीं उरे आए हैं। मैं एक इंटरनेशनल लेवल ते हुणी अवार्ड जिते है। फिकी ने सानू लाइफ ऑन लैंड नूं इंप्रूव करन दा अवार्ड दिता है। सो उस प्रयास नूं लैके असीं उरे आए हैं। सर सानू इत्थे बुलाया गया विमेन इंपावरमेंट के बारे होर अवेयरनैस करने लई कि साडे लई साडी जिहड़ी गवर्नमेंट है बहुत सारे पॉलिसीज़ एंड प्रोग्राम्स बना रहे हैं कि वीमेंस एंड गर्ल्स के लिए होर ज़्यादा सानू अवेयर किया जाए, तो सानू होर भी स्टडीली मोटिवेट किया जा रहा है, तो होर चीज़ां लेके रहे हैं जी।
ਸਰ ਪਲੱਸ 2 ਦੇ ਵਿੱਚ ਅਸੀਂ ਕ੍ਰਿਕਟ ਗੇਮ ਖੇਡਣੀ ਸਟਾਰਟ ਕੀਤੀ ਸੀ ਅਤੇ ਸਾਡੇ ਲਈ ਕੋਚ ਸਰ ਵੀ ਬਾਹਰੋਂ ਆਉਂਦੇ ਸੀ, ਅਸੀਂ ਪ੍ਰੈਕਟਿਸ ਕਰਦੇ ਸੀਗੇ। ਕਾਫੀ ਮੰਥਸਾਂ ਨੇ ਪ੍ਰੈਕਟਿਸ ਕੀਤੀ ਅਤੇ ਉਸ ਤੋਂ ਬਾਅਦ ਡਿਸਟ੍ਰਿਕਟ ਅਤੇ ਜ਼ੋਨ ਲੈਵਲ ਤੋਂ ਖੇਡਣ ਤੋਂ ਬਾਅਦ ਅਸੀਂ ਸਟੇਟ ਲੈਵਲ 'ਤੇ ਗਏ ਸੀ। ਤੁਹਾਡਾ ਕੀ ਸੁਪਨਾ, ਜਿਵੇਂ ਅੰਡਰ 90 'ਚ ਜਿਹੜੇ ਵਰਲਡ ਕੱਪ ਜਿੱਤ ਕੇ ਆਈ ਆ ਟੀਮ ਇੰਡੀਆ ਦੀ, ਤੁਹਾਡਾ ਵੀ ਸੁਪਨਾ ਵੀ ਉੱਥੇ ਤੱਕ ਤੁਸੀਂ ਵੀ ਪਹੁੰਚੋ? ਯੈਸ ਸਰ, ਹੈਗਾ ਕਿ ਅਸੀਂ ਆਪਣੇ ਕੰਟਰੀ ਨੂੰ ਪ੍ਰਾਊਡ ਕਰੀਏ, ਆਪਾਂ ਓਲੰਪਿਕਸ ਦੇ ਵਿੱਚ ਜਾਈਏ ਅਤੇ ਹੋਰ ਗੇਮਸ ਲੈਵਲ ਦੇ ਵਿੱਚ ਆਪਾਂ ਜਿੱਤ ਕੇ ਆਈਏ ਅਤੇ ਸਟੱਡੀ ਦੇ ਵਿੱਚ ਵੀ ਅੱਛੀ ਬਣੀਏ। ਕਿ ਨਾਭਾ ਰਿਆਸਤ ਬੜਾ ਮਾਣ ਮਹਿਸੂਸ ਹੁੰਦਾ ਹੈ ਕਿ ਅੱਜ ਅਸੀਂ ਉਸ ਹੀਰਾ ਮਹਿਲ, ਕਿਉਂਕਿ ਹੀਰਾ ਮਹਿਲ 'ਚ ਬੈਠੇ ਹਾਂ ਅਤੇ ਹੀਰਾ ਮਹਿਲ ਉਹ ਘਰ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਹਮੇਸ਼ਾ ਹੀ ਵਾਸ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਹੈ। ਕਿਉਂਕਿ ਜਦੋਂ ਗੱਲ ਇੱਕ ਕਰਦੇ ਹਾਂ ਅਕਸਰ ਹੀ ਆਉਂਦੀ ਹੈ ਗੱਲ, ਹਰੇਕ ਸਾਲ ਬਹੁਤ ਵੱਡੇ ਪੱਧਰ 'ਤੇ ਗੱਲ ਪੂਰੇ ਦੇਸ਼ ਵਿਦੇਸ਼ ਦੀ ਸੰਗਤਾਂ ਸੁਣਦੀਆਂ ਨੇ। ਇੱਕ ਬੜਾ ਪ੍ਰਸਿੱਧ ਸ਼ੇਰ ਹੈ, हिंद में एक ही तीर्थ है यात्रा के लिए जहाँ बाप ने कटाए थे बच्चे खुदा के लिए। गल चमकौर की गढ़ी की हो रही है जिथे 40 ਸਿੰਘਾਂ ने 10 ਲੱਖ मुगल फौजां का मुकाबला किया। उस चमकौर की गढ़ी के वड्डे साहबजादे ते ਸਿੰਘਾਂ का संस्कार करने वाले भाई रामा जी, भाई तलोका जी ते माता हरशरण कौर जी, ਜਿਹੜੇ गुरु के प्यारे सिख बाद ਦੇ ਵਿੱਚ गुरु गोबिंद सिंह जी ने भाई रामा जी ते भाई तलोका जी ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਹੁਕਮਨਾਮਾ ਬਖਸ਼ਿਆ ਜਿਹਦਾ ਗੁਰਵਾਕ ਸੀ ਤੇਰਾ ਘਰ ਮੇਰਾ ਆਸ ਹੈ, ਭਾਵ ਕਿ ਤੇਰਾ ਘਰ ਹੀ ਮੇਰਾ ਆਸਰਾ ਹੈ, ਮੇਰਾ ਘਰ ਤੇਰਾ ਹੈ ਤੇ ਤੇਰਾ ਘਰ ਮੇਰਾ ਹੈ। ਉਹ ਭਾਈ ਰਾਮਾ ਜੀ ਅਤੇ ਭਾਈ ਤਲੋਕਾ ਜੀ ਨਾਭਾ ਰਿਆਸਤ ਦੇ ਜਿਹੜੇ ਵਡੇਰੇ ਹੋਏ ਤੇ ਜਿਹੜੇ ਰਾਮਾ ਜੀ ਸੀ ਉਹਨਾਂ ਨੇ ਪਟਿਆਲਾ ਰਿਆਸਤ ਦੇ ਵਡੇਰੇ ਹੋਏ ਬਾਬਾ ਆਲਾ ਸਿੰਘ ਜੀ ਹੋਰਾਂ ਨੇ। ਤੇ ਜਿਹੜੀ ਹੈ ਨਾਭਾ ਰਿਆਸਤ ਸੀ ਸ਼ੁਰੂ ਤੋਂ ਹੀ, ਜੇਕਰ ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਜਦੋਂ ਅੰਗਰੇਜ਼ ਹੁਕੂਮਤ ਸੀ ਉਸ ਦੇ ਸਾਹਮਣੇ ਸਭ ਤੋਂ ਪਹਿਲੀ ਵਾਰ ਕਿਸੇ ਨੇ ਪੰਜਾਬੀਅਤ ਦਾ ਜਿਹੜਾ ਪ੍ਰਮਾਣ ਸੀ ਉਹ ਦਿੱਤਾ, ਉਹ ਸੀ ਮਹਾਰਾਜਾ ਰਿਪੂ ਦਮਨ ਸਿੰਘ। ਜਦੋਂ ਵਾਇਸਰੋਏ ਨੇ ਕਿਹਾ ਕਿ ਮੇਰੀ ਕੋਰਨੇਸ਼ਨ ਜਿਹੜੀ ਤਾਜਪੋਸ਼ੀ ਹੈ ਮਹਾਰਾਜਾ ਰਿਪੂ ਦਮਨ ਸਿੰਘ ਜੀ ਦੀ, ਉਹ ਅੰਗਰੇਜ਼ਾਂ ਦਾ ਜਿਹੜਾ ਵਡੇਰਾ ਸੀ ਉਸ ਵੇਲੇ ਹਕੂਮਤੀ ਜਿਹੜਾ ਕਾਨੂੰਨ ਸੀ, ਭਾਵ ਕਿ ਉਹ ਵਾਇਸਰੋਏ ਉਹ ਕਰੇਗਾ। ਉਹਨਾਂ ਨੇ ਇਹ ਕਹਿ ਦਿੱਤਾ ਮੈਂ ਵਾਇਸਰੋਏ ਤੋਂ ਨਹੀਂ ਕਰਾਵਾਂਗਾ, ਮੈਂ ਆਪਣੇ ਪੰਜਾਬੀ ਹਕੂਮਤ ਦੇ ਜਿਹੜੀ ਸਾਡੇ ਪੰਜਾਬੀ ਧਾਰਮਿਕ ਰੀਤੀ ਰਿਵਾਜ਼ਾਂ ਨੇ, ਸਿੱਖ ਰੀਤੀ ਰਿਵਾਜ ਨੇ, ਮੈਂ ਕਰਵਾਵਾਂਗਾ ਮਹਾਰਾਜਾ ਜਿਹੜੇ ਉਸ ਵੇਲੇ ਦੀ ਬਾਗੜੀਆਂ ਰਿਆਸਤ ਸੀ ਭਾਈ ਅਰਜਨ ਸਿੰਘ ਜੀ ਤੋਂ, ਸੰਤ ਬਾਬਾ ਅਤਰ ਸਿੰਘ ਜੀ ਤੋਂ, ਤੇ ਉਹਨਾਂ ਤੋਂ ਕਰਵਾ ਕੇ ਉਹਨਾਂ ਨੇ ਜਿਹੜਾ ਇੱਕ ਪੰਜਾਬੀਅਤ ਦਾ ਪ੍ਰਮਾਣ ਦਿੱਤਾ। ਉਸ ਤੋਂ ਅਗਲੀ ਗੱਲ ਕਿ ਅੱਜ ਜਿਹੜੀ ਇੱਕ ਵੂਮਨ ਇੰਪਾਵਰਮੈਂਟ 'ਤੇ ਸੈਮੀਨਾਰ ਹੋਇਆ ਨਾਭਾ ਦੇ ਵਿੱਚ, ਉਹਦੇ ਵਿੱਚ ਬੜੀ ਪਤਵੰਤੇ ਸੱਜਣ ਵੀ ਆਏ। ਇੱਕ ਕਿਤਾਬ ਰਿਲੀਜ਼ ਹੋਈ ਹੈ ਮੇਰੀ, ਇੰਸਪੀਰੇਸ਼ਨਲ ਲਾਈਫ ਆਫ ਗ੍ਰੇਟ ਸਿੱਖ ਵੂਮਨਸ। ਇੰਸਪੀਰੇਸ਼ਨਲ ਲਾਈਫ ਦੀ ਗੱਲ ਕਰ ਰਹੇ ਹਾਂ, ਮਹਾਨ ਔਰਤਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਉਸ ਵੇਲੇ ਜਿਹੜਾ ਸਰਵਾਈਵ ਕੀਤਾ, ਜਿਸ ਵੇਲੇ ਬੜੇ ਸਾਰੇ ਡਿਸਕ੍ਰਿਮੀਨੇਟਿਵ ਲਾਅ ਸੀ, ਔਰਤਾਂ ਨੂੰ ਜਿਹੜਾ ਖੁੱਲ੍ਹੇਆਮ ਅੱਗੇ ਆਉਣ ਦਾ ਉਹ ਨਹੀਂ ਸੀ, ਘੁੰਗਟ ਕਰਦੇ ਸੀ, ਸਤੀ ਪ੍ਰਥਾ ਵਰਗੇ ਲਾਅ ਸੀਗੇ। ਮਹਾਰਾਜਾ ਰਿਪੂ ਦਮਨ ਸਿੰਘ ਜੀ ਦੇ ਕਾਰਜਕਾਲ ਵਿਖੇ ਅਕਸਰ ਹੀ ਅਸੀਂ ਹੋਰ ਮਹਿਲਾਂ ਦੀ ਗੱਲ ਕਰਦੇ ਹਾਂ ਅਤੇ ਉੱਥੇ ਇਹ ਹਕੂਮਤੀ ਫਰਮਾਨ ਸੀ ਕਿ ਔਰਤਾਂ ਪਰਦੇ ਦੇ ਪਿੱਛੇ ਰਹਿਣਗੀਆਂ, ਲੇਕਿਨ ਨਾਭਾ ਉਹ ਰਿਆਸਤ ਸੀ ਜਿਹਨੇ ਔਰਤਾਂ ਦੇ ਲਈ ਖਾਸ ਜਗ੍ਹਾ ਬਣਾਈ ਅਤੇ ਆਪਣੇ ਦਰਬਾਰ ਹਾਲ ਦੇ ਵਿੱਚ ਵੀ ਉਹਨਾਂ ਨੂੰ ਥਾਂ ਦਿੱਤੀ। ਅੱਜ ਉੱਥੇ ਜਿਹੜੀ ਹੈ ਇੱਕ ਕਿਤਾਬ ਰਿਲੀਜ਼ ਹੋਈ, ਇਹਦੇ ਵਿੱਚ ਜਿਹੜੀਆਂ ਔਰਤਾਂ ਸੀ ਅਤੇ ਕਿਵੇਂ ਨਾਭੇ ਨੇ ਔਰਤਾਂ ਦੇ ਜਿਹੜੇ ਉਸ ਵੇਲੇ ਦੇ ਉਹਨਾਂ ਦੇ ਰਾਖੀ ਦੇ ਲਈ, ਔਰਤਾਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ, ਉਸ ਬਾਰੇ ਜਿਹੜਾ ਥੋੜ੍ਹਾ ਕੁ ਵਿਸ਼ਲੇਸ਼ਣ ਕੀਤਾ ਗਿਆ। ਇਹੀ ਕਿਤਾਬ ਦੇ ਵਿੱਚ ਅਸੀਂ ਜਿਹੜਾ ਲਗਭਗ 51 ਵੂਮਨਸ ਦੇ ਬਾਰੇ ਜਿਹੜਾ ਜ਼ਿਕਰ ਕੀਤਾ, ਉਹਨਾਂ ਦੇ ਇਤਿਹਾਸ ਬਾਰੇ ਜ਼ਿਕਰ ਕੀਤਾ। ਅਤੇ ਮੈਨੂੰ ਇਹ ਲੱਗਦਾ ਕਿ ਇਹ ਕਿਤਾਬ ਪ੍ਰੇਰਨਾ ਹੋਏਗੀ ਜਿਹੜੀ ਨੌਜਵਾਨ ਪੀੜ੍ਹੀ ਆਉਣ ਵਾਲੀ ਜਿਹੜੀ ਵੂਮਨਸ ਨੇ ਉਹਨਾਂ ਨੂੰ ਬੜੀ ਸੇਧ ਮਿਲੇਗੀ ਕਿ ਅਸੀਂ ਵੀ ਜੇਕਰ ਸਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਜੇ ਸਾਡੇ ਉੱਪਰ ਕੋਈ ਜ਼ੁਲਮ ਹੋ ਰਿਹਾ ਹੈ ਅਤੇ ਉਸ ਦਾ ਕਿਵੇਂ ਸਾਹਮਣਾ ਕਰਨਾ, ਉਹਦੇ ਲਈ ਵੀ ਜਿਹੜੀ ਹੈ ਉਹਨਾਂ ਨੂੰ ਬਹੁਤ ਜ਼ਿਆਦਾ ਇੰਸਪੀਰੇਸ਼ਨ ਮਿਲੀ। ਪ੍ਰਿੰਸੈਸ ਸੋਫੀਆ ਦਲੀਪ ਸਿੰਘ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਦੇ ਲਈ। ਇਹ ਇਤਿਹਾਸ ਮੈਨੂੰ ਲੱਗਦਾ ਸਾਡੇ ਪੰਜਾਬੀਆਂ ਨੂੰ ਨਹੀਂ ਪਤਾ ਹੋਏਗਾ ਕਿ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਨੇ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਪੂਰਨ ਤੌਰ 'ਤੇ ਦਿਵਾਇਆ ਸੀ। 2018 ਤੋਂ ਮੈਂ ਇਤਿਹਾਸ ਦੇ ਉੱਪਰ ਕੰਮ ਕਰ ਰਿਹਾ, ਬੜੀਆਂ ਸਾਰੀਆਂ ਕਿਤਾਬਾਂ ਆ ਚੁੱਕੀਆਂ ਨੇ। ਇਹ ਇੱਕ ਨਵੀਂ ਕਿਤਾਬ ਜਿਹੜੀ ਹੀਰਾ ਮਹਿਲ ਦੇ ਵਿੱਚ ਅੱਜ ਇੰਸਪੀਰੇਸ਼ਨਲ ਲਾਈਫ ਆਫ ਗ੍ਰੇਟ ਸਿੱਖ ਵੂਮਨ ਜਿਹੜੀ ਰਿਲੀਜ਼ ਹੋਈ, ਇਹਦੇ ਉੱਪਰ ਬਹੁਤ ਜ਼ਿਆਦਾ ਟਾਈਮ ਤਾਂ ਨਹੀਂ ਲੱਗਿਆ ਲਿਖਣ ਦੇ ਵਿੱਚ, ਪਰ ਜਦੋਂ ਪੜ੍ਹ ਰਹੇ ਸੀ ਤਾਂ ਇਹ ਬੜਾ ਮਹਿਸੂਸ ਹੋਇਆ ਕਿ ਸਾਨੂੰ ਬੜਾ ਮਾਣ ਅਸੀਂ ਉਸ ਪੰਜਾਬ ਦੀ ਧਰਤੀ 'ਤੇ ਆ ਜਿੱਥੇ ਕਦੀ, ਕਿਉਂਕਿ ਪਹਿਲਾਂ ਜੇਕਰ ਵੇਖੀਏ ਹਰੇਕ ਹਕੂਮਤ ਦੇ ਵਿੱਚ ਔਰਤਾਂ ਨੂੰ ਜਿਹੜਾ ਸਿਰਫ ਘਰ ਦੀ ਰਸੋਈ ਤੱਕ ਅਤੇ ਆਪਣੇ ਪੈਰ ਦੀ ਜੁੱਤੀ ਤੱਕ ਰੱਖਿਆ ਜਾਂਦਾ ਸੀ, ਅਤੇ ਲੇਕਿਨ ਪੰਜਾਬੀਅਤ ਨੇ ਪ੍ਰਮਾਣ ਦਿੱਤਾ ਕਿ ਔਰਤਾਂ ਜਿਹੜੀਆਂ ਨੇ ਉਹ ਸਾਡੇ ਸਿਰ ਦਾ ਤਾਜ ਨੇ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੀ ਵਾਰ ਜਿਹੜੀ ਆਵਾਜ਼ ਬੁਲੰਦ ਕੀਤੀ, ਸੋ ਕਿਉ ਮੰਦਾ ਆਖੀਏ ਜਿਤ ਜੰਮਿਆ ਰਾਜਾਨ, ਕਿ ਜਿਹੜੇ ਰਾਜੇ ਜੰਮਦੀ ਹੈ, ਜਿਹੜੇ ਵੱਡੇ ਵੱਡੇ ਮਹਾਂਪੁਰਖ ਜੰਮਦੀ ਹੈ, ਅਸੀਂ ਉਹਨਾਂ ਨੂੰ ਮੰਦਾ ਕਿਉਂ ਆਖਣਾ ਹੈ। ਮਤਲਬ ਇਹ ਸਾਰੀ ਜਿਹੜੀ ਸਟੱਡੀ ਕਰਦੇ ਹੋਏ ਜਿਹੜੀ ਕਿਤਾਬ ਪਤਾ ਹੀ ਨਹੀਂ ਕਿਵੇਂ ਜਿਹੜੀ ਉਹ ਲਿਖੀ ਗਈ ਜੀ 11 ਵਿਸ਼ਵ ਰਿਕਾਰਡ ਮਿਲ ਚੁੱਕੇ ਨੇ। ਉਸ ਤੋਂ ਇਲਾਵਾ ਜਿਹੜੀ ਵੱਖ-ਵੱਖ ਸੰਸਥਾਵਾਂ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੱਖ ਰਿਸਰਚ ਬੋਰਡ ਵੀ ਸੇਵਾ ਮੇਰੇ ਕੋਲ ਹੀ ਆ, ਅਤੇ ਜਦੋਂ ਅਕਸਰ ਅਸੀਂ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਉਹਦੇ ਪਿੱਛੇ ਜਿਹੜੀ ਆ ਉਹ ਸੰਗਤ ਜ਼ਰੂਰ ਸਾਡਾ ਸਾਥ ਦਿੰਦੀ ਹੈ।